एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। तेरे कवन कवन गुण कह कहे गावा, तू साहिब गुणी निधाना। तुमरी महिमा वर्ण ना साको, तुमरी महिमा वर्ण ना साको। तेरे कवन कवन गुण कह कह गावा, तू साहिब गुणी निधाना। तुमरी महिमा वर्ण न साको, तू ठाकुर ऊच भगवाना। सतनाम वाहिगुरु साहिब जियो। श्लोक महला पहला। नानक एह तन जाल, जिन जलियां नाम विसारिया। नानक एह तन जाल, जिन जलियां नाम विसारिया। पौंदी जाए पराल, पिछे हथ न अंबड़ै। तित निबंधै ताल, महला पहला। नानक मन के कम फिटिया, गणत न आवही। कित्ती लाहां सहम, जां बख्शे तां धक्का नहीं। पौड़ी। सच्चा अमर चलायन, कर सच फुरमान। सदा निहचल रव रहया, सो पुरख सो जान। गुर प्रसादी सेवियै, सच शब्द निशान। पूरा थाट बनाया, रंग गुरमत मान। अगम अगोचर अलख है, गुरमुख हर जान। पूरा थाट बनाया, रंग गुरमत मान। अगम अगोचर अलख है, गुरमुख हर जान। वाहिगुरु जी का खालसा, वाहिगुरु जी की फतेह। जुगो जुग अटल। धन धन गुरु ग्रंथ साहिब जी, गुरु पातशाह जी दी अपर अपार बख्शिश। शाम समय सी सत्संगत दे पल माण रहे हाँ। ये समा जून का पहला हफ्ता है। 1984 का कल्लूकारा सिख मनां दे विच इन्हां दिनां दे अंदर याद के रूप में उभरदा है। असी अपने शहीदां नूं जिथे जिथे नानक नाम लेवा संगतां मौजूद ने, वो शरदा के पुष्प अर्पित करदियां ने। असी भी कर रहे हाँ। तवारीखी तौर पर वो छोटा कल्लूकारा होए, वो वड्डा कल्लूकारा होए, वो समा होए जदों ध्यान सिंह लाल सिंह वर्गियां दे बहुत वड्डे पद्धर ते गदारी करन दे नाल सिख जो
ਦਰਬਾਰੇ ਖਾਲਸਾ ਸੀਗਾ, ਉਸ ਦਾ ਨੁਕਸਾਨ ਹੋਇਆ, ਉਹ ਵੀ ਸਾਡੇ ਮਨਾਂ ਵਿੱਚ ਅਸੀਂ ਯਾਦ ਕਰਦੇ ਹਾਂ। ਤਾਂ ਇਨ ਬਿਨ ਜੋ ਪਿਛਲੇ ਸਮੇਂ ਦੇ ਵਿੱਚ ਭਾਵੇਂ 1947 ਦਾ ਗਦਰ ਸੀਗਾ, ਭਾਵੇਂ 1984 ਦੇ ਵਿੱਚ ਸਿੱਖ ਨਸਲ ਖੁਸ਼ੀ ਸੀ, ਅਸੀਂ ਉਹ ਸਭ ਦਾ ਅਹਿਸਾਸ ਮਨਾਂ ਵਿੱਚ ਰੱਖਦੇ ਹਾਂ। ਸੋ ਇਹਨਾਂ ਦਿਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਨਾਲ ਹੀ ਗੁਰਬਾਣੀ ਵਿਆਖਿਆ ਲਈ ਆ ਸਮਾਂ ਲੜੀਵਾਰ ਬਾਣੀ ਦੀ ਵਿਆਖਿਆ ਦਾ ਹੈ। ਸਾਹਿਬ ਮਹਾਰਾਜ ਜੀ ਦੇ ਜੋ ਪਾਵਨ ਬਚਨ ਅਸੀਂ ਵਿਚਾਰ ਰਹੇ ਸੀਗੇ, 2 ਸ਼ਲੋਕ ਤੇ ਇੱਕ ਪੌੜੀ ਹੈ। ਸ਼ਲੋਕ ਗੁਰੂ ਨਾਨਕ ਸਾਹਿਬ ਦੇ ਉਚਰਿਤ ਕੀਤੇ ਨੇ, ਪੌੜੀ ਗੁਰੂ ਅਮਰਦਾਸ ਸਾਹਿਬ ਦੀ ਹੈ। ਇੱਕ ਸ਼ਲੋਕ ਸੰਪੂਰਨ ਵਿਚਾਰਿਆ ਸੀਗਾ, ਦੂਸਰਾ ਸ਼ਲੋਕ ਤੁਹਾਨੂੰ ਗੁਰੂ ਨਾਨਕ ਸਾਹਿਬ ਦੁਆਰਾ ਜੋ ਉਚਰਿਤ ਕੀਤਾ ਗਿਆ ਹੈ, ਉਸ ਦੀ ਅਸੀਂ ਸ਼ੁਰੂਆਤ ਹੀ ਕੀਤੀ ਸੀ। ਸੋ ਅੱਜ ਅਸੀਂ ਉਸ ਅਗਲੇਰੇ ਸ਼ਲੋਕ ਨੂੰ ਅੱਗੇ ਤੋਰ ਰਹੇ ਹਾਂ। ਗੁਰੂਦੇਵ ਬਿਆਨ ਕਰ ਰਹੇ ਸੀਗੇ ਕਿ ਨਾਨਕ ਮਨ ਕੇ ਕੰਮ ਫਿੱਟਿਆ ਗਣਤ ਨਾ ਆਵਹੀ। ਫਿੱਟਿਆ ਫਿਟਕਾਰ ਪਾਉਣ ਯੋਗ, ਜਿਹੜੇ ਕੰਮਾਂ 'ਤੇ ਮਾਣ ਨਹੀਂ ਕਰ ਸਕਦੇ ਅਸੀਂ। ਕੁਝ ਕੰਮ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਬੜਾ ਵਡਿਆ ਕੇ ਬੜੇ ਮਾਣ ਨਾਲ ਕਹਿੰਦੇ ਹੋ, ਕੁਝ ਕੰਮ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਮਿੱਟੀ ਪਾਉਣ ਨੂੰ ਹੁੰਦਾ ਕਿ ਭਾਈ ਇਹ ਨਾ ਹੀ ਹੋਣ, ਇਹਨਾਂ ਨੂੰ ਕੋਈ ਯਾਦ ਨਾ ਕਰੇ, ਯਾਦ ਨਾ ਕਰਾਏ। ਪਰ ਉਹ ਹੁੰਦੇ ਨੇ, ਹੋ ਰਹੇ ਹੁੰਦੇ ਨੇ। ਲਿਟਰਲੀ ਤੌਰ 'ਤੇ ਕਈ ਵਾਰੀ ਬਹਿਰੂਨੀ ਤੌਰ 'ਤੇ ਐਕਟ ਭਾਵੇਂ ਨਾ ਵੀ ਹੋਏ, ਮਨ ਦੀ ਦੁਨੀਆ 'ਚ ਵਿਚਾਰਾਂ ਦੇ ਵਿੱਚ ਚੱਲਦੇ ਨੇ। ਉਹ ਬਦੀ ਕਹਿੰਦੇ ਇਹਨੂੰ ਤੁਸੀਂ, ਜਿਹਦੇ ਵਿੱਚੋਂ ਬੰਦੇ ਦੀ ਬਦਨਾਮੀ, ਬਦਨੀਤੀ ਸਭ ਚੀਜ਼ਾਂ ਨਿਕਲਦੀਆਂ ਨੇ। ਮਤਲਬ ਕੋਈ ਐਸਾ ਕੰਮ ਕਰਦੇ ਹੋ ਜਿਹਦੇ ਨਾਲ ਬੰਦੇ ਦਾ ਨਾਮ ਚਰਚਾ 'ਚ ਆਉਂਦਾ ਹੈ, ਪਰ ਚਰਚਾ ਬਦੀ ਕਰਕੇ ਹੈ, ਬਦਨਾਮ ਹੈ, ਕੋਈ ਵਡਿਆਈ ਨਹੀਂ, ਸਤੁਤੀ ਨਹੀਂ। ਇਨ ਬਿਨ ਬੰਦੇ ਦੀ ਜੋ ਹੈ ਇੱਕ ਤਰ੍ਹਾਂ ਦੇ ਨਾਲ ਕਹਿ ਲਓ ਕਿ ਉਹਦੀ ਬਦਨੀਤੀ ਜਿਹੜੀ ਹੈ ਉਹ ਵੀ ਵਕਤ ਬਾ ਵਕਤ ਪ੍ਰਗਟ ਹੁੰਦੀ ਹੈ। ਜਦੋਂ ਕਿਸੇ ਨੂੰ ਪਤਾ ਲੱਗਦਾ ਹੈ, ਕਿਵੇਂ ਦੀ ਸੋਚ ਰੱਖਦਾ ਹੈ, ਕੋਈ ਕਿਸੇ ਨਾਲ ਗੱਲਬਾਤ ਕਰਦਾ ਹੈ, ਕਨਵਰਸੇਸ਼ਨ ਹੁੰਦੀ ਹੈ, ਕਿਸੇ ਦੇ ਬਾਰੇ ਓਪੀਨੀਅਨ ਦਿੰਦਾ ਹੈ, ਆਪਣੇ ਆਪ ਬਾਬਤ ਆਪਣੀ ਅੰਦਰ ਦੀ ਰਾਏ ਇਜ਼ਹਾਰ ਵਿੱਚ ਕਰਦਾ ਹੈ, ਸਾਹਮਣੇ ਵਾਲਾ ਜੱਜ ਕਰਦਾ ਹੈ, ਸਾਹਮਣੇ ਵਾਲਾ ਐਵੈਲੂਏਟ ਕਰਦਾ ਹੈ ਵੀ ਵਾਹ ਕਿਸ ਹੱਦ ਤੱਕ ਨਿਗਰੇ ਹੋਏ ਲੋਕ ਨੇ, ਕਿਸ ਹੱਦ ਤੱਕ ਨਿਗਰਿਆ ਹੋਇਆ ਹੈ, ਬਦਨੀਅਤ ਬੰਦਾ ਹੈ, ਇਸ ਕਿਸਮ ਦੇ ਨਾਲ। ਪਰ ਇਹ ਬਦੀ ਵੱਧ ਜਾਂ ਘੱਟ ਸਭ ਕੈਰੀ ਕਰਦੇ ਹਨ, ਵਿਚ ਵੀ ਕਾਲਡ ਇਨ ਇੰਗਲਿਸ਼ ਲੈਂਗੁਏਜ ਮਿਜ਼ਰੀ। ਇਹ ਜਿਹੜੀ ਮਿਜ਼ਰੀ ਹੈ, ਜਿਹੜੀ ਮੈਡਨੈਸ ਆ, ਵੀ ਆਰ ਆਲ ਕੈਰਿੰਗ ਆਲ ਦ ਟਾਈਮ। Some are able to detect it, some are able to control it, some are able to see it at least. But some, they even don't pay attention what's going on inside them. And due to that reason, their choices are becoming day by day very bad, or you can say on wrong track. So ਇਹ ਮਿਜ਼ਰੀ ਦਾ ਆਊਟਕਮ ਹੈ ਸਾਰੇ ਦਾ ਸਾਰਾ। ਗੁਰੂ ਨਾਨਕ ਸਾਹਿਬ ਦਾ ਇਹ ਬਚਨ ਅਸੀਂ ਅਕਸਰ ਬਾਬਾ ਜੀ ਦੇ ਬਹੁਤ ਸਾਰੇ ਹੋਰ ਬਚਨਾਂ 'ਚ ਪੜ੍ਹਦੇ ਹਾਂ, ਜਦੋਂ ਸਾਨੂੰ ਮਹਾਰਾਜ ਬੜਾ ਸ਼ੀਸ਼ੇ ਦੀ ਤਰ੍ਹਾਂ ਚੀਜ਼ਾਂ ਵਿਖਾ ਦਿੰਦੇ ਨੇ ਸਾਫ਼। ਜਿਵੇਂ ਤਿਲੰਗ ਰਾਗ ਜਿੱਥੋਂ ਸ਼ੁਰੂ ਹੁੰਦਾ ਆ, ਸੰਥਿਆ ਦੀ 2 ਨੰਬਰ ਪੋਥੀ ਜਾਪ ਜੇ ਪੜ੍ਹਦੇ ਹੋ ਤੇ 2 ਨੰਬਰ ਪੋਥੀ ਜਿੱਥੋਂ ਸ਼ੁਰੂ ਹੁੰਦੀ ਹੈ, ਉਹਦਾ ਪਹਿਲਾ ਹੀ ਸ਼ਲੋਕ, ਪਹਿਲਾ ਹੀ ਜੋ ਸ਼ਬਦ ਹੈ, ਯਕ ਅਰਜ਼ ਗੁਫਤਮ ਪੇਸ਼ ਤੋਂ ਦਰਦ ਗੋਸ਼ ਕੁਨ ਕਰਤਾਰ ਹਕਾ ਕਬੀਰ ਕਰੀਮ ਬੇਆਏ ਪਰਵਰਦਗਾਰ, ਉੱਥੋਂ ਜਿਹੜਾ ਸ਼ੁਰੂਆਤ ਹੋ ਰਹੀ ਹੈ। ਉਹਦੇ 'ਚ ਗੁਰੂ ਸਾਹਿਬ ਅੱਗੇ ਜਾ ਕੇ ਬਿਆਨ ਕਰਦੇ ਨੇ ਕਿ ਸ਼ਬਰੋਜ਼ ਗਸ਼ਤਮ ਦਰ ਹਵਾ ਕਰਦੇਮ ਬਦੀ ਖਿਆਲ ਗਾਹੇ ਨ ਨੇਕੀ ਕਾਰ ਕਰਦਮ ਮਮ ਈ ਚੀ ਅਹਿਵਾਲ। ਕਿਆ ਸ਼ਬਰੋਜ਼ ਗਸ਼ਤਮ, ਗਸ਼ਤਮ ਗਸ਼ਤ ਕਰਨਾ, ਅਸੀਂ ਕਹਿੰਦੇ ਆ ਪੁਲਿਸ ਗਸ਼ਤ ਕਰ ਰਹੀ ਹੈ। ਪੰਜਾਬੀ 'ਚ ਵਰਡ ਯੂਜ਼ ਕੀਤਾ ਜਾਂਦਾ ਹੈ, ਫਾਰਸੀ ਦਾ, ਪਰ ਅਸੀਂ ਯੂਜ਼ ਕਰਦੇ ਹਾਂ ਵਰਡ ਭਾਈ ਜਿਹਨੂੰ ਗਸ਼ਤਗੀ ਕਹਿੰਦੇ ਆ ਕਰਨੀ, ਭਾਵ ਫੇਰਾ ਤੋਰਾ ਕਹਿ ਲਓ ਜਾਂ ਅਵਾਰਗੀ ਕਹਿ ਲਓ, ਇੱਧਰ ਉੱਧਰ ਘੁੰਮਣਾ, ਇਸ ਕਿਸਮ ਦੇ ਨਾਲ, ਜਿਹਨੂੰ ਅਸੀਂ ਅੱਜ ਦੀ ਲੈਂਗੁਏਜ ਦੇ ਵਿੱਚ ਮਾਈਂਡ ਵਾਂਡਰਿੰਗ ਕਹਿੰਦੇ ਹਾਂ। ਜਿਹੜੀ ਮਾਈਂਡ ਵਾਂਡਰਿੰਗ ਹੈ, ਮਤਲਬ ਇੱਕ ਥਾਟ ਆਇਆ, ਅਜੇ ਉਹ ਥਾਟ ਪੂਰਾ ਨਹੀਂ ਹੋਇਆ, ਦੂਜਾ ਆ ਗਿਆ, ਦੂਜਾ ਪੂਰਾ ਨਹੀਂ ਹੋਇਆ, ਤੀਜਾ ਆ ਗਿਆ। ਥਾਟਸ ਆਰ ਕੰਟੀਨਿਊਸਲੀ ਪੋਪਿੰਗ ਅਪ ਅਗੇਨ ਐਂਡ ਅਗੇਨ ਐਂਡ ਅਗੇਨ ਇਨ ਸੇਮ ਵੇ, ਐਂਡ ਪਰਸਨਸ ਮਾਈਂਡ ਇਜ਼ going nowhere, just wandering here and there and running in circles. ਇਸ ਸਾਰੇ ਦੇ ਵਿੱਚ ਜਿਹੜੀ ਚੀਜ਼ ਅਸੀਂ ਸਭ ਤੋਂ ਵੱਡੀ ਲੂਜ਼ ਕਰਦੇ ਹਾਂ, ਜਿਹੜੀ ਸਭ ਤੋਂ ਪ੍ਰੀਸ਼ੀਅਸ ਦੌਲਤ ਹੈ ਸਾਡੀ, ਉਹ ਹੈਗੀ ਕੰਸਨਟ੍ਰੇਸ਼ਨ, ਇਕਾਗਰਤਾ। ਕਿਉਂਕਿ ਜਦੋਂ ਬਾਣੀ ਕਹਿ ਰਹੀ ਹੈ
कि जो प्रभु का नाम आ उसनू ही मेरे संत मीत भरा जपना है तू, पर जपना किवें है? सावधान एकाग्रचीत। एकाग्रचीत जिन्होंने साहब गुरु महाराज ने इस तरह बयान किया सीगा कि रे मन हर जीत, हे मन हर जीत आए तू एक चित, एक मन एक चित पाए। भाव जो उसनू ध्याना है उहदे लई एक मन एक चित एक भावनी दे विच जाना है। तो भावनी एक मनता एक चितवनी का एक वो लैवल किवें डिवेलप हो सकता है? माइंड वॉन्डरिंग लगातार हो रही है। गुरु बाबा जी उस बयान करते कह लगे शबरोज गश्तम। शबरोज कहते हैं हर चढ़ते दिन जिमें जिमें डे बाय डे साडी जिंदगी का एक्सपीरियंस वधदा है, उम्र वधदी, आले दुआले का एक्सपोजर वधदा है, असीं सोचते हाँ साडे अंदर मैच्योरिटी आ रही है। माइंड के लैवल पर पता लगता है माइंड च वीकनेस वध रही है, माइंड वॉन्डरिंग वध रही है। शबरोज गश्तम, वो गश्तगीर आ, वो दौड़ रहा, भज रहा है, वो बल्कि ज़्यादा ਉਹਦੇ ਅੰਦਰ ਇਕਾਗਰਤਾ ਜਿਹੜੀ ਹੈ ਇਹ ਮੰਨਿਆ ਗਿਆ ਜੇਕਰ ਬੱਚੇ ਨੂੰ ਕੋਈ ਕਨਵਿੰਸ ਕਰ ਸਕੇ ਜਿੰਨੀ ਐਬਿਲਿਟੀ ਬੱਚੇ ਦੇ ਅੰਦਰ ਕਨਸੈਂਟਰੇਸ਼ਨ ਬਿਲਡ ਕਰਨ ਦੀ ਹੈ ਵੱਡੇ ਚ ਹੈ ਨਹੀਂ ਗੀ। ਉਹਨੇ ਵੱਡਾ ਵਿਖਾਵਾ ਕਰ ਸਕਦਾ, ਹਿਪੋਕ੍ਰੇਟ ਹੋ ਜਾਂਦੇ ਨੇ ਵੱਡੇ। ਸਮਥਿੰਗ ਐਲਸ ਇਜ਼ ਗੋਇੰਗ ਔਨ ਇਨਸਾਈਡ, ਆਊਟਸਾਈਡ, ਦੇ ਆਰ ਨਾਟ ਸ਼ੋਇੰਗ ਐਨੀਥਿੰਗ। ਇਟ ਕਾਲਸ ਇਟ ਐਕਚੁਅਲੀ ਪੀਪਲ ਕਾਲਡ ਇਟ ਕਲੈਵਰ ਮਾਈਂਡ। ਮਾइंड ਦੀਆਂ ਡਾਇਮੈਂਸ਼ਨਸ ਦੇ ਵਿੱਚ ਜਦੋਂ ਕਲੈਵਰ ਮਾइंड ਜਿਹੜਾ ਆ ਉਹ ਸਾਡੇ ਉੱਤੇ ਜਿਹਨੂੰ ਸੁਪਰ ਈਗੋ ਸਾਈਮਨ ਫਰਾਇਡ ਕਹਿੰਦਾ ਹੈਗਾ ਬੰਦੇ ਨੂੰ ਕੰਟਰੋਲ ਕਰਦਾ ਹੈ ਤੇ ਬੰਦਾ ਅੰਦਰੋਂ ਤੇ ਨਹੀਂ ਬਦਲਿਆ ਨਾ ਉਹ ਤਬਦੀਲੀ ਹੈ ਪਰ ਆਲੇ ਦੁਆਲੇ ਨੂੰ ਵੇਖ ਕੇ ਉਹਨੇ ਇੱਕ ਬਿਹੇਵੀਅਰ ਅਡਾਪਟ ਕਰ ਲਿਆ। ਉਹ ਬਿਹੇਵੀਅਰ ਉਸ ਨੂੰ ਵਡਿਆਈ ਵੀ ਦਵਾ ਰਿਹਾ ਹੈ, ਉਸ ਨੂੰ ਉਹਦੇ ਕੰਮਕਾਰ ਵੀ ਚਲਾਈ ਜਾਂਦਾ ਸਭ, ਤੇ ਅੰਦਰੋਂ ਨਹੀਂ ਤਾਂ ਬਦਲਿਆ, ਉਹ ਅੰਦਰੋਂ ਉਸ ਐਜ਼ ਇਟ ਇਜ਼ ਚੱਲ ਰਿਹਾ। ਤੇ ਅਲਟੀਮੇਟਲੀ ਹੁੰਦਾ ਕੀ ਹੈ ਕਈ ਵਾਰ ਤੇ ਮੈਨੇਜ ਹੋ ਕੇ ਲੰਘ ਜਾਂਦੀ ਚੀਜ਼ ਹੈ, ਅਦਰਵਾਈਜ਼ ਕਿਤੇ ਨਾ ਕਿਤੇ ਅੰਦਰ ਬਾਹਰ ਆ ਜਾਂਦਾ। ਤੇ ਖਾਸ ਕਰਕੇ ਫੈਮਿਲੀ ਲਾਈਫਸ ਦੇ ਵਿੱਚ ਲੋਕਾਂ 'ਚ ਬਹੁਤ ਜਲਦੀ ਬਾਹਰ ਆ ਜਾਂਦਾ। ਕੋਈ ਤੁਸੀਂ ਦੇਖੋਗੇ ਪਰਿਵਾਰਾਂ ਦੇ ਵਿੱਚ ਹੈ ਲੋਕ ਬੜੇ ਹੈਰਾਨ ਹੁੰਦੇ ਨੇ, ਬਾਹਰ ਬੜੀ ਇੱਜ਼ਤ ਕਰਦੇ ਲੋਕ, ਇਹਦੀ ਘਰ ਦੇ ਇਹਨੂੰ ਪੱਲੇ ਵੀ ਨਹੀਂ ਬੰਨ੍ਹਦੇ। ਕੁਛ ਗੱਲ ਤੇ ਹੋਏਗੀ ਭਈ ਗੱਲ ਕੀ ਹੈ, ਦੇ ਹੈਵ ਸੀਨ ਹਿਮ ਔਰ ਹਰ ਇਨਸਾਈਡ ਆਊਟ। ਨਾਓ that individual has been exposed ਅੰਦਰੋਂ ਕਿਵੇਂ ਦਾ ਇੱਜ਼ਤ ਪੜ੍ਹਦੇ ਨਾ, ਅੰਦਰੋਂ ਨਿਰਮਲ ਬਾਹਰੋਂ ਨਿਰਮਲ। ਭਾਈ ਨਿਰੀ ਨਿਰਮਲਤਾ ਬਾਹਰ ਦੀ ਥੋੜ੍ਹਾ ਆ, ਬਾਹਰ ਦੇ ਅੱਗੇ ਜਾ ਕੇ ਬਚਨ ਬਹੁਤ ਕਮਾਲ ਦਾ ਆਉਣਾ। ਇੱਕ ਥੋੜ੍ਹਾ ਅਸੀਂ ਹੋਰ ਅੱਗੇ ਜਦੋਂ ਸ਼ਬਦਾਂ ਦੀ ਰਚਨਾ ਦੀ ਵਿਚਾਰ 'ਚ ਪੜ੍ਹਾਂਗੇ ਤੇ ਬਾਹਰ ਧੋਤੀ ਤੂਮੜੀ ਅੰਦਰ ਵਿਸ਼ਨ ਕੌਰ ਗੁਰੂ ਨਾਨਕ ਸਾਹਿਬ ਦਾ ਬਚਨ ਹੀ ਹੈ। ਉਸ ਸਮੇਂ ਅਸੀਂ ਹੋਰ ਵਿਚਾਰਾਂਗੇ ਇਸ ਨੂੰ ਡਿਟੇਲ ਦੇ 'ਚ ਵਾਰ ਜਿਵੇਂ ਅੱਗੇ ਚੱਲਣਾ ਅਸੀਂ। ਪਰ ਐਕਚੁਅਲੀ ਬਾਤ ਕੀ ਹੈ ਕਿ ਬੰਦੇ ਦੇ ਅੰਦਰ ਜੇ ਇਮਾਨਦਾਰੀ ਹੋਏ ਤਾਂ ਬੰਦਾ ਸੋਚਦਾ ਅੰਦਰ ਦੀ ਬਦੀ ਨੂੰ ਸਾਂਭੀਏ, ਤੇ ਸਾਂਭਣਾ ਕਿਵੇਂ? ਝਾੜੂ ਮਾਰਨਾ ਉਸ ਨੂੰ। ਸਭ ਕਹਿੰਦੇ ਸ਼ਬਰੋਜ਼ ਗਸ਼ਤਮ ਦਰ ਹਵਾ ਕਰਦੇਮ ਬਦੀ ਖਿਆਲ। ਹਰ ਚੜ੍ਹਦੇ ਸਵੇਰ ਮਨ ਮਾइंड ਵੌਂਡਰਿੰਗ ਇਜ਼ ਇਨਕਰੀਜ਼ਿੰਗ ਐਂਡ ਦੈਟ ਇਜ਼ ਨੋਟ ਇਨਕਰੀਜ਼ਿੰਗ ਜਸਟ ਫॉर ਮਾਈ ਬੈਟਰਮੈਂਟ, ਦੈਟ ਇਜ਼ ਇਨਕਰੀਜ਼ਿੰਗ ਸਮ ਸੋਰਟ ਆਫ ਕ੍ਰੀਏਟਿੰਗ ਸਮ ਸੋਰਟ ਆਫ ਮੈਡਨੈਸ, ਜਿਹਨੂੰ ਕਹਿੰਦੇ ਕਰਦੇਮ ਬਦੀ ਖਿਆਲ। ਬਦੀ ਦੇ ਖਿਆਲਾਂ ਦੀ ਇੰਤਹਾ ਹੋ ਗਈ ਹੈ। ਬਦੀ ਦੇ ਖਿਆਲ, ਹਾਂ ਸਪੋਜ਼ ਇਹਦੇ ਉੱਤੇ ਬਹੁਤ ਸਾਰਾ ਲਿਟਰੇਚਰ ਲਿਖਿਆ ਗਿਆ। ਕਿਸੇ ਦੇ ਕੋਈ ਮਿੱਤਰ ਹੈ, ਕੋਈ ਸੱਜਣ ਹੈ, ਕੋਈ ਪਿਆਰਾ ਹੈ, ਤੇ ਉਹਦੇ ਬਿਮਾਰ ਹੋਣ ਦੀ ਖਬਰ ਮਿਲੀ। ਉਹ ਬਿਮਾਰ ਹੋ ਗਿਆ, ਉਹਨੂੰ ਸਪੋਜ਼ ਕਰੋਨਾ ਦਿਨਾਂ 'ਚ ਕੋਵਿਡ ਹੋ ਗਿਆ, ਕੁਛ ਹੋ ਗਿਆ ਇਸ ਤਰੀਕੇ ਨਾਲ। ਸਭ ਦੇ ਸੱਜਣ ਪਰਿਵਾਰ ਮਿੱਤਰ ਹੈਲਦੀ ਰਹਿਣ, ਬਿਲਕੁਲ ਸਹੀ ਸਲਾਮਤ ਰਹਿਣ, ਸਾਡੀ ਦਿਲੀ ਅਰਦਾਸ ਹੈ। ਅਸੀਂ ਇਸ ਰੂਪ ਵਿੱਚ ਅਰਦਾਸ ਕਰਦੇ ਹਾਂ ਜਸਟ ਇੱਕ ਮਿਸਾਲ ਦੇ ਤੌਰ 'ਤੇ। ਕੋਈ ਬਿਮਾਰ ਹੋ ਗਿਆ ਤੇ ਸੁਨੇਹਾ ਆਇਆ, ਇੱਕਦਮ ਬੰਦੇ ਨੇ ਕੁਝ ਐਂਪਥੀ ਦਾ ਇਜ਼ਹਾਰ ਕੀਤਾ। ਇਹ ਸਭ ਚੀਜ਼ ਹੋਈ, ਮਨ ਨੇ ਅੰਦਰ ਬੰਤਰ ਬੁਣਨੀ ਸ਼ੁਰੂ ਕਰ ਦਿੱਤੀ ਵੀ ਸਪੋਜ਼ ਜੇ ਮਰ ਗਿਆ ਤੇ ਫਿਊਨਰਲ ਕਿਵੇਂ ਦਾ ਹੋਏਗਾ ਉਹਦਾ, ਕਿੰਨੇ ਲੋਕ ਆਉਣਗੇ, 10 ਲੋਕ ਹੀ ਆਉਣਗੇ। ਇਹ ਤੇ ਕਹਿੰਦਾ ਹੁੰਦਾ ਸੀ ਐਵੇਂ। ਅਜੀਬ ਤਰ੍ਹਾਂ ਦੀ ਹਾਲਤ ਹੈ, ਇਹ ਮਨ ਦੀ ਦਸ਼ਾ ਹੈ। ਸਟੱਡੀਜ਼ ਇਹ ਬਿਆਨ ਕਰਦੀਆਂ ਜਿਹਦੀ ਕੋਈ ਲੋੜ ਵੀ ਨਹੀਂ, ਕਰਦੇਮ ਬਦੀ ਖਿਆਲ ਜਾਈ ਐਵੇਂ ਸੋਚੀ ਜਾ ਰਿਹਾ, ਕਰੀ ਜਾ ਰਿਹਾ। ਇਹ ਮਾइंड ਵੌਂਡਰਿੰਗ ਹੈ, ਅਜੀਬ ਤਰ੍ਹਾਂ ਦੀ ਹਾਲਤ ਹੈ ਜੋ ਮੇਰੀ ਕਿਸੇ ਕੰਮ ਦੀ ਚੀਜ਼ ਹੈ ਹੀ ਨਹੀਂ। ਸਪੋਜ਼ ਕਰੋ, ਮੈਨੂੰ ਹੋਰ ਸਰਲ ਕਰ ਦੇਣਾ, ਤੁਸੀਂ ਕਿਤੇ ਘਰੋਂ ਬਾਹਰ ਆ ਜਾ ਰਹੇ ਹੋ,
ਚਲੋ ਸਾਨੂੰ ਇੱਥੇ ਗੱਡੀ ਡਰਾਈਵ ਕਰਨ ਦੀ ਮਤਲਬ ਸਾਡੀ ਇੱਕ ਸਭ ਤੋਂ ਵੱਡੀ ਨੀਡ ਹੈ ਨਾ ਮੁਲਕਾਂ ਦੇ ਵਿੱਚ, ਤਾਂ ਅਸੀਂ ਇੱਕ ਦੂਜੇ ਨੂੰ ਰਾਈਡ ਦੇ ਵੀ ਦਿੰਦੇ ਹਾਂ, ਲੈ ਵੀ ਲੈਂਦੇ ਹਾਂ। ਅਤੇ ਸਪੋਜ਼ ਕਰੋ ਤੁਸੀਂ ਕਿਸੇ ਇੱਕ ਬੰਦੇ ਨੂੰ ਜਾਂ ਦੋ ਬੰਦਿਆਂ ਨੂੰ ਰਾਈਡ ਪ੍ਰੋਵਾਈਡ ਕਰਦੇ ਹੋ, ਤਾਂ ਉਹ ਥੈਂਕ ਯੂ ਕਹਿੰਦੇ ਨੇ, ਤੁਹਾਨੂੰ ਲੱਗਦਾ ਵੀ ਚਲੋ ਫੇਵਰ ਕਰਤੀ ਕਿਸੇ ਦੀ, ਦੈਟਸ ਗੁੱਡ। ਪਰ ਤੁਸੀਂ ਕਿਤੇ ਵੀ ਜਾਣਾ ਆ, ਸਪੋਜ਼ ਕਰੋ ਗੱਡੀ ਲੈ ਕੇ ਤੁਸੀਂ ਦੋ ਬੰਦੇ ਬਿਠਾ ਲੈਂਦੇ ਹੋ ਕਿਤੇ ਜਾ ਕੇ, ਫਿਰ ਵਾਪਸ ਲੈ ਕੇ ਆਉਂਦੇ ਦੋ ਬੰਦੇ, ਫਿਰ ਲੈ ਜਾਓ ਬਿਨਾਂ ਵਜ੍ਹਾ, ਐਵੇਂ ਹੀ ਗੱਡੀ ਬੰਦਿਆਂ ਨੂੰ ਲੈ ਕੇ ਭਜਾਈ ਫਿਰਦੇ ਹੋ। ਤੁਸੀਂ ਕਰ ਪਾਓਗੇ ਐਵੇਂ? ਨਹੀਂ ਕਰ ਪਾਓਗੇ। ਤੁਹਾਨੂੰ ਪਤਾ ਹੈ ਗੈਸ ਲੱਗ ਰਹੀ ਹੈ, ਗੱਡੀ ਜਿਹੜੀ ਹੈਗੀ ਉਹਦੀ ਮੇਨਟੇਨੈਂਸ ਜਲਦੀ ਮੰਗੀ ਜਾਏਗੀ ਗੱਡੀ ਦੀ, ਅਤੇ ਇਕੱਲਾ ਇਹ ਨਹੀਂ ਗਾ ਮੇਰਾ ਟਾਈਮ ਸਾਰਾ ਖਰਾਬ ਹੋ ਰਿਹਾ, ਵਾਈ ਐਮ ਡੂਇੰਗ ਇਟ। ਮਨ ਐਵੇਂ ਤੇ ਕਰ ਰਿਹਾ, ਗੱਡੀ ਦੌੜਾ ਰਿਹਾ ਇੱਧਰ ਉੱਧਰ, ਕਦੀ ਉਹਨੂੰ ਬਿਠਾ ਲੈਂਦਾ, ਕਦੀ ਉਹਨੂੰ ਲਾ ਦਿੰਦਾ, ਕਦੀ ਉਹਨੂੰ ਬਿਠਾ, ਬਿਨਾਂ ਵਜ੍ਹਾ ਜਿਹਦੀ ਕੋਈ ਲੋੜ ਵੀ ਨਹੀਂ ਹੈ। ਮਾਈਂਡ ਵਾਂਡਰਿੰਗ। ਸਭ ਕਹਿੰਦੇ ਕਰਦੇਮ ਬਦੀ ਖਿਆਲ ਤੇ ਬਦੀ ਦੇ ਖਿਆਲਾਂ ਨਾਲ ਭਰਿਆ ਪਿਆ, ਜਿਹਦੀ ਕੋਈ ਲੋੜ ਆਵਸ਼ਕਤਾ ਹੀ ਨਹੀਂ ਹੈਗੀ। ਇਹਨੂੰ ਹੋਰ ਅਹਿਸਾਸ ਵਿੱਚ ਕਰਾਇਆ ਗਿਆ। ਜਿਵੇਂ ਤੁਸੀਂ ਕਦੀ ਜਿਵੇਂ ਪਾਣੀ ਦਾ ਵਰਲਫੂਲ ਹੁੰਦਾ ਆ, ਜਦੋਂ ਹੈਰੀਕੇਨਸ ਵਗੈਰਾ ਹੁੰਦੇ ਨੇ, ਜਿਹਨਾਂ ਨੂੰ ਅਸੀਂ ਪੰਜਾਬੀ ਜ਼ਬਾਨ ਦੇ ਵਿੱਚ ਜਿਹੜਾ ਹੈਗਾ ਹਵਾ ਦੇ ਵਾਵ ਰੋਲੇ ਕਹਿੰਦੇ ਆ। ਤੁਸੀਂ ਕਦੀ ਵਾਵ ਰੋਲੇ ਦੇਖੇ ਹੋਣ? ਵਾਵ ਰੋਲਿਆਂ ਦੀ ਹਵਾ ਜਿਹੜੀ ਹੈ, ਇੱਕ ਤਾਂ ਹੁੰਦਾ ਵੀ ਹਵਾ ਇੱਕ ਪਾਸਿਓਂ ਆ ਰਹੀ ਹੈ, ਦੂਜੇ ਪਾਸੇ ਜਾ ਰਹੀ ਹੈ। ਦੈਟ ਇਜ਼ ਕਾਲਡ some sort of breathing activity, some sort of air activities happening ਇਸ ਤਰੀਕੇ ਨਾਲ। ਪਰ ਜਦੋਂ ਵਾਵ ਰੋਲੇ ਹੋ ਰਹੇ ਨੇ, ਉਹ ਇਸ ਤਰ੍ਹਾਂ ਨਹੀਂ ਹੋ ਰਹੇ। ਉਹ ਹਵਾ ਕਿਤੇ ਜਾ ਨਹੀਂ ਰਹੀ, ਨਾ ਕਿਸੇ ਪਾਸੇ ਡਾਇਰੈਕਟਲੀ ਆ ਰਹੀ ਹੈ, ਨਾ ਕਿਸੇ ਪਾਸੇ ਜਾ ਰਹੀ ਹੈ। ਉਹ ਘੁੰਮ ਰਹੀ ਹੈ ਸਰਕਲਸ ਦੇ ਵਿੱਚ। ਤੇ ਉਹਦੇ ਵਿੱਚ ਤੁਸੀਂ ਕੀ ਦੇਖੋਗੇ, ਜਿਤਨਾ ਗਲੀ ਦਾ ਕੂੜਾ ਆ, ਗਾਰਬੇਜ ਆ, ਸਾਰਾ ਉਹ ਆਪਣੇ ਅੰਦਰ ਕੈਰੀ ਕਰ ਲਏਗੀ ਤੇ ਘੁਮਾਈ ਜਾਏਗੀ। ਦਿਸ ਇਜ਼ ਕਾਲਡ ਮਾਈਂਡ ਵਾਂਡਰਿੰਗ। ਕਰਦੇਮ ਬਦੀ ਖਿਆਲ, ਉਹ ਜਿਹੜੀ ਇੱਕ ਤਰ੍ਹਾਂ ਦੇ ਹਵਾ ਦੇ ਬੁੱਲਿਆਂ ਦੀ ਤਰ੍ਹਾਂ ਉਹ ਸਾਰਾ ਕੂੜਾ ਇਕੱਠਾ ਕਰਕੇ ਘੁਮਾ ਰਹੀ ਹੈ। ਜਿਹੜਾ ਹਿਊਮਨ ਮਾਈਂਡ ਹੈ ਇਸ ਤਰੀਕੇ ਨਾਲ। ਇਸੇ ਕਰਕੇ ਕਿਹਾ ਜਾਂਦਾ ਹੈ ਹਿਊਮਨ ਬੀਇੰਗ ਨੂੰ ਆਪਣੇ ਆਪ ਨੂੰ ਐਮਪਟੀ ਕਰਨ ਦੀ, ਆਪਣੇ ਆਪ ਨੂੰ ਖਾਲੀ ਕਰਨ ਦੀ ਜਾਂਚ ਆਉਣੀ ਚਾਹੀਦੀ ਹੈ। ਨਹੀਂ ਤੇ ਉਹ ਬੰਦਾ ਅਜੀਬ ਤਰ੍ਹਾਂ ਦੀ ਹਾਲਤ ਹੈ। ਮੈਂ ਰੀਸੈਂਟਲੀ ਕੁਝ ਵੈਬੀਨਾਰਸ ਅਟੈਂਡ ਕਰ ਰਿਹਾ ਸੀਗਾ, ਅਤੇ ਬੜੇ ਸਕਾਲਰ ਲੋਕ ਜਿਹੜੇ ਮੈਂਟਲ ਹੈਲਥ 'ਚ ਕੰਮ ਕਰਦੇ, ਉਹਦੇ 'ਚ ਉਹ ਸੱਜਣ ਕਹਿੰਦੇ ਕਿ ਕੋਈ ਨੇਟਿਵ ਸਾਊਥ ਅਮਰੀਕਨ ਕਮਿਊਨਿਟੀ, ਜੋ ਇੱਕ ਨੇਟਿਵ ਉਹਨਾਂ ਦਾ ਆਪਣਾ ਕਲਚਰ ਹੈ, ਉਹਦੇ 'ਚ ਉਹ ਸਮੰਜਿੰਗ ਕਰਦੇ ਨੇ, ਅਤੇ ਉਹ ਕੁਝ ਇਸ ਕਿਸਮ ਦਾ ਸਬਸਟੈਂਸ ਵਗੈਰਾ ਯੂਜ਼ ਕਰਦੇ ਨੇ। ਅਤੇ ਉਹਦੇ ਤੋਂ ਬਾਅਦ ਉਹ ਇੱਕ ਤਰ੍ਹਾਂ ਦੇ ਨਾਲ ਕਹਿ ਲਓ ਕਿ ਇੱਕ ਬੜੀ ਹੋਲਿਸਟਿਕ ਹੀਲਿੰਗ ਪ੍ਰੋਗਰਾਮ ਹੁੰਦਾ ਉਹਨਾਂ ਦਾ। ਅਤੇ ਉਹਦੇ 'ਚ ਫਿਰ ਬੰਦਾ ਉਸ ਹਾਲਤ ਦੇ ਵਿੱਚ ਇੱਕ ਜਿਵੇਂ ਕਹਿ ਲਓ ਇੱਕ ਤਰ੍ਹਾਂ ਦੇ ਨਾਲ ਉਹ ਹਿਪਨੋਟਾਈਜ਼ ਹੋ ਜਾਂਦਾ। ਤਾਂ ਹਿਪਨੋਸਿਸ ਦੇ ਵਿੱਚ ਬੋਲਦਾ ਹੈ, ਅਤੇ ਬੋਲਦਾ ਅੰਦਰ ਨੂੰ ਜੋ ਅੰਦਰ ਹੈ ਸਭ ਕੱਢੀ ਜਾਂਦਾ, ਬੋਲੀ ਜਾਂਦਾ। ਅਤੇ ਉਹ ਜਦੋਂ ਉਸਨੇ ਕਰਵਾਇਆ ਅਤੇ ਉਹ ਬੋਲਣ ਲੱਗਾ, ਅਤੇ ਲਗਾਤਾਰ ਬੋਲੀ ਜਾ ਰਿਹਾ, ਬੋਲੀ ਜਾ ਰਿਹਾ। ਅਤੇ ਉਹ ਦੂਸਰਾ ਬੰਦਾ ਉਹਦੇ ਨੋਟਸ ਲੈ ਰਿਹਾ ਸਾਰੇ। ਜਦੋਂ ਕਿਤੇ ਰਾਤ ਸਭ ਚੱਲਦਾ ਰਿਹਾ, ਦਿਨ ਹੋਇਆ, ਹੋਸ਼ ਆਈ, ਅਤੇ ਉਹ ਕਹਿੰਦੇ ਕਿ ਭਾਈ ਤੂੰ ਕੀ ਕਰ ਰਿਹਾ? ਉਹ ਕਹਿੰਦੇ ਕੀ ਹੋਇਆ? ਕਹਿਣ ਲੱਗਾ ਤੇਰੀ ਤਾਂ ਕੰਪਨੀ ਠੀਕ ਨਹੀਂ ਗੀ, ਯੂ ਆਰ ਟੂ ਫੁੱਲ, ਯੂ ਆਰ ਐਕਚੁਅਲੀ ਕੈਰਿੰਗ ਟੂ ਮਚ ਸਟਫ ਵਿਚ ਇਜ਼ ਨੋਟ ਨੀਡਡ ਐਟ ਆਲ। ਭਈ ਇਹ ਤੇਰਾ ਇੰਨਾ ਵਜਨ ਤੂੰ ਐਵੇਂ ਚੱਕੀ ਫਿਰਦਾ ਹੈ ਬਿਨਾਂ ਵਜ੍ਹਾ। ਇਹ ਕੂੜਾ ਕਬਾੜਾ ਕਾਹਦੇ ਲਈ ਕੀ ਕਰਨਾ ਤੁਸੀਂ? ਜਿਹਨੂੰ ਅਸੀਂ ਮੈਡਨੈਸ ਕਹਿੰਦੇ ਆ ਨਾ, ਮੈਂ ਫਿਰ ਬੇਨਤੀ ਕਰਾਂਗਾ ਸਾਨੂੰ ਸੁਪਰ ਈਗੋ ਥੋੜ੍ਹਾ ਬਹੁਤਾ ਕੰਟਰੋਲ ਕਰਦੀ ਹੈ। ਤੁਸੀਂ ਕਦੀ ਜਿਹੜੇ ਲੋਕ ਮੈਂਟਲੀ ਥੋੜ੍ਹਾ ਸਿੱਖ ਹੁੰਦੇ ਨੇ, ਕਦੇ ਦੇਖਿਆ ਹੋਏ ਕਦੀ ਇੱਥੇ ਹੋਮਲੈਸ ਕਮਿਊਨਿਟੀ ਕਿਤੇ ਰਾਹ ਤੁਰੇ ਜਾਂਦੇ ਨੇ, ਕੋਈ ਲੀਰ ਲੱਭ ਗਈ, ਉਹ ਚੱਕ ਕੇ ਲੱਤ ਨਾਲ ਬੰਨ੍ਹ ਲਈ। ਯੂ ਨੋ ਦੇ ਆਰ ਕਾਈਂਡ ਆਫ ਸਟੋਕ ਹੋਲਡਰਸ, ਦੇ ਆਰ ਕਾਈਂਡ ਆਫ ਗਾਰਬੇਜ ਹੋਲਡਰਸ। ਮਤਲਬ ਇੱਧਰੋਂ ਕੋਈ ਲੀਰ ਬੰਨ੍ਹ ਲਈ, ਉਹ ਲੱਤ ਨਾਲ ਬੰਨ੍ਹ ਲਈ, ਝੋਲੇ 'ਚ ਕੋਈ ਚੀਜ਼ ਪਾ ਲਈ ਚੱਕ ਕੇ, ਜੋ ਬੋਰਾ ਗਾਰਬੇਜ ਸਾਰਾ ਚੱਕ ਕੇ। ਅਤੇ ਅਸੀਂ ਉਹਨਾਂ ਨੂੰ ਕਹਿੰਦੇ ਡਰਟੀ ਪੀਪਲ, ਓਹੋ ਸਮੈਲ ਆਉਂਦੀ, ਓਹੋ ਵੀ ਕੈਨ ਨੋਟ ਐਕਚੁਅਲੀ ਸਟੈਂਡ ਨੀਅਰ ਟੂ ਦੈਮ। ਵੀ ਆਲਵੇਜ਼ ਹੈਵ ਥੀਸ ਕਾਈਂਡ ਆਫ ਕੰਪਲੇਂਟਸ। ਮੈਨੂੰ ਤਾਂ ਪੱਕਾ ਯਾਦ ਆ ਕਿ ਜਦੋਂ ਸਭ ਵਿੱਚ ਕਦੀ ਕਿਸੇ ਤਰੀਕੇ ਨਾਲ ਜਾਇਆ ਕਰਨਾ, ਵਰਿਆਂ ਦੇ ਵਰੇ ਮੈਂ ਗਿਆ ਡਾਊਨ ਟਾਊਨ ਸਾਈਡ, ਅਤੇ ਉਹਦੇ ਅੰਦਰ
देखा कि कई बार सभ्य बुग्गी चढ़ जाना ਇਹੋ ਜਿਹੇ शख्स ने, तो ऑलमोस्ट एक तो स्टेशन तो लैके अगले स्टेशन तक सारी बुग्गी खाली हो जानी। कौन टॉलरेट करेगा, कौन ओबे करेगा इस चीज़ को, कौन उत्थे जिहड़ा हैगा उस चीज़ को बर्दाश्त करेगा। पर सपोज करो ये तो फिजिकल साइड तो इजहार में आ गई, जिहड़ा मानसिक हालत है बंदे दी एवं लीरां पतीरां कूड़ा कबाड़ा सब इकट्ठा करके तुरया फिरदा। जे कोई अंदर दी चपनी खोल के वेख लवे, इफ एनीबडी इज एबल टू एक्चुअली ओपन आवर एक्चुअली डोर ऑफ आवर माइंड, then होर गारबेज तो बिना कुछ भी नहीं। गुरु नानक साहब कहते मैं देख रहा, कहने लगे हकीकत ये है करदेम बदी ख्याल गाहे ना नेकी कार करदम। हो सकता है बंदा बाहर नेक काम करता मिल जाए, तुहानूं हत्थां नाल कुछ कर रहा है, कुछ बोल रहा है चंगा, कुछ सेवा कर रहा है, बस कुछ चीज़ हो रही है, पर मन की दुनिया दे विच देखा जाए गाहे ना नेकी कार करदम, अंदर तो कोई नेकी दी कार नहीं हो रही। बल्कि अंदर तो हालत यह है कि बाहरों चंगे काम करदियां भी अंदर अंदर क्रुज रहा, खिज रहा, अंदर जी करता किसी को गालां कड्डां, किसी को माड़ा कहां, किसी बारे बखीलगी, ये सब चीज़ां चल रही। तो गुरु साहब कहते डोंट यू थिंक आई एम टॉकिंग अबाउट समबडी एल्स, नो। बाबा नानक जी कहते मैं अपनी गल कर रहा। मेन सानू समझा रहे ने ट्राई टू सी वट आर यू कैरिंग इन योर माइंड, how your mind wandering is happening to you. So that's why Baba ji saying here कि गाहे न नेकी कार करदम मम ई ची हवाल, ये हाल मेरा है। इत्थे बाबा जी ने बात की थी, आज का बचन है नानक मन के कम फिटिया। मन दे कम काहदे ने, फिटकार पाउण योगी ने। गारबेज चुकी फिरदा आ, गारबेज इकट्ठी करी जाता है, जिन्हां गल्लां दी लोड़ नहीं, जिन्हां चीज़ां बारे सोचना आवश्यक नहीं गा, वो सोचा एवं चक्की फिरदा है। ओवर थिंकिंग, ये सब चीज़ां अलामत है। बात की गणत ना आवई तो फिर गिनती कोई नहीं। नाल बचना है कीती लहां सहम जहाँ बख्शे तां धक्का नहीं, कीती लहां सहम। मैं कित्थों सहारा लभा, मैनू सहारा कित्थों मिले असल दे विच। जे दाता तू बख्श दे, फिर एक चीज़ देखना, मन की दुनिया ये बड़ी गुंझलदार भी है, कॉम्पलैक्स भी है, बट द सेम टाइम बड़ी सिंपल भी है, सरल भी है। ये डिपेंड करता है तुसी किस नज़रिए तो चीज़ को देख रहे हो। जिवें सपोज करो लैंग्वेज लर्निंग है, असी सारे लैंग्वेज एटलीस्ट ना मुल्कां जो इमिग्रांट कम्यूनिटी बैठी है, उन्होंने होर कुछ नहीं तो एक तो फॉरन लैंग्वेज लर्न की है ना, भावें वो किसी लैवल ते हो, आइदर दे आर वेरी गुड इन दैट लैंग्वेज, देयर लैंग्वेज प्रोफिशिएंसी इज वेरी, यू कैन से गुड, और they have just their language proficiency in a manageable level, wherever they stand, or very little, very small, just they can actually convey their message in a very broken way, or you can say just try to use few words to convey their messages. But ये चीज़ां लैंग्वेज तो लर्न की उन्होंने किसी ना किसी लैवल तक, ये बात हुई। हुण ये जिहड़ी चीज़ आ कि एक डिफरेंट भाषा जिहड़ी है वो उसने बंदे ने याद कर ली, पढ़ ली, समझ ली इस तरीके दे नाल। मन की भी एक भाषा आ, भाषा के बाबत ये कहा जाता है कि भाषा लर्न करनी बड़ी आसान है, जे बेसिक्स तो फंडामेंटल्स तो प्रॉपर तरीके नाल पढ़ी जाए तो याद की जाए, समझी जाए, दैन इट्स वेरी ईजी। जे तुसी उसनूं बेसिक्स ते टाइम स्पेंड ना करो, उहदे फंडामेंटल समझो ना, एंड यू रियली वांट टू बी मास्टर ऑन दैट लैंग्वेज, दैन फॉरगेट अबाउट इट। सारी एनर्जी जिहड़ी है वो वेस्ट हो जाएगी। एग्जैक्टली मन की दुनिया विच ये है। मन बड़ा सरल है, मन की दुनिया बड़ी सरल है, पर जे तुसीं उहदे बेसिक्स उहदा फंडामेंटल समझदे हो ते, जे तुसीं नहीं समझते फिर बड़ी कॉम्पलैक्स है। गुरु बाबा जो गल करते हैं मोस्टली मन वाली गल हो रही है।
मन ਨੂੰ ਅਹਿਸਾਸ ਕੇ ਸਮਝ ਕੇ। ਹੁਣ ਆਪ ਸੋਚੋ, ਸਪੋਜ਼ मैं खुद मैंटल हैल्थ से लंबे समय तो काम कर रहा। एक बंदा एक आके कहता भाई साहब पता तुहानूं दसां मेरे मन दे विच आ ख्याल आउंदे ने, तेरे मन दे विच ये ख्याल आउंदे ने। मीन दो इत्थे इंडिविजुअल्स या दो objects ne which are playing role over here. One who is carrying those ideas, who is playing with those thoughts, and second who can observe them. एक वो है ਜਿਹੜਾ ਉਹ ਖਿਆਲਾਂ ਦੇ ਵਿੱਚ ਖੇਡ ਰਿਹਾ, ਦੂਸਰਾ ਉਹ ਜਿਹੜਾ ਉਹਨਾਂ ਖਿਆਲਾਂ ਨੂੰ ਪਕੜ ਰਿਹਾ। ਦੋ ਹੋ ਗਏ ਨਾ। ਹੁਣ ਇਹ ਜਿਹੜੀ ਚੀਜ਼ ਆ ਇੱਥੇ ਪਤਾ ਲੱਗਾ ਹੈਗੇ ਤੇ ਦੋਵੇਂ ਮਨ ਨੇ। ਇੱਕ ਮਨ ਵੇਖ ਰਿਹਾ, ਇੱਕ ਮਨ ਕਰ ਰਿਹਾ। ਹੁਣ ਜਦੋਂ ਬਾਤ ਕੀਤੀ ਜਾਂਦੀ ਹੈ, ਬਾਬਾ ਕਬੀਰ ਜੀ ਨੇ ਬਾਤ ਕੀਤੀ ਸੀ, ਅਸੀਂ ਇੱਕ ਦਿਨ ਸ਼ਾਇਦ ਸ਼ਲੋਕ ਵਿਚਾਰਿਆ ਵੀ ਹੋਏ, ਮਮਾ ਮਨ ਸਿਓ ਕਾਮ ਹੈ ਮਨ ਸਾਥੀ ਸਿੱਧ ਹੋਏ, ਮਨ ਹੀ ਮਨ ਸਿਓ ਕਹੈ ਕਬੀਰਾ ਮਨ ਸਾ ਮਿਲਿਆ ਨਾ ਕੋਈ। ਇਹ ਮਨ ਸ਼ਕਤੀ ਇਹ ਮਨ ਸੀਓ, ਇਹ ਮਨ ਪੰਚ ਤਤ ਕੋ ਜੀਓ, ਇਹ ਮਨ ਲੈ ਜੋ ਉਨ ਮਨ ਰਹਿ। ਉਨ ਮਨ ਇੱਕ ਹਾਇਰ ਲੈਵਲ ਦੀ ਸਟੇਜ ਦੀ ਗੱਲ ਕੀਤੀ ਗਈ। ਹੁਣ ਉਹਦੇ 'ਚ ਕੀ ਹੈ ਕਿ ਜੋ ਮਨ ਓਬਜ਼ਰਵ ਕਰ ਰਿਹਾ ਹੈ, ਜੋ ਮਨ ਸਾਰੇ ਕਾਸੇ ਨੂੰ ਵੇਖ ਰਿਹਾ ਆ, ਉਹ ਮੇਰਾ ਮਨ ਹੈ, ਉਹ ਮੈਂ ਹਾਂ। ਜੋ ਸਭ ਹੋ ਰਿਹਾ ਆ ਉਹਦੇ 'ਚ ਮੈਂ ਇਨਵੋਲਵ ਨਹੀਂ ਹੈਗਾ। ਆਈ ਐਮ ਟੋਟਲੀ ਆਊਟ ਆਫ ਦੈਟ ਮਿਜ਼ਰੀ। ਰੀਅਲ ਰੂਪ ਦੇ ਵਿੱਚ ਇਹ ਚੀਜ਼ ਆ ਸਕਦੀ ਹੈ ਬੰਦੇ ਵਿੱਚ। ਬੰਦੇ ਦੇ ਵਿੱਚ ਇਸ ਤਰ੍ਹਾਂ ਆ ਜਿਵੇਂ ਤੁਸੀਂ ਕਿਸੇ ਰਿਵਰ ਦੇ ਕੰਢੇ ਬੈਠੇ ਹੋ ਐਂਡ ਰਿਵਰ ਇਜ਼ flowing, or you can say crossing in front of you. The water is flowing in front of you and you can see a lot of things on that water. ਕੱਖ ਤੁਰ ਤਰਦੇ ਲੱਗੇ ਜਾਂਦੇ ਨੇ, ਕੁਝ ਕਾਗਜ਼ ਦੇ ਟੁਕੜੇ ਨੇ, ਕੁਝ ਹੋਰ ਚੀਜ਼ਾਂ ਨੇ। ਤੁਸੀਂ ਉੱਥੇ ਬੈਠੇ ਹੋ ਉਸ ਕੰਢੇ, ਤੁਸੀਂ ਸਭ ਚੀਜ਼ਾਂ ਦੇਖ ਰਹੇ ਹੋ। ਇੱਕ ਕੱਖ, ਇੱਕ ਕੋਈ ਪੱਤਾ, ਕੋਈ ਚੀਜ਼ ਹੈ, ਤੁਹਾਡੀ ਨਜ਼ਰ ਉੱਤੇ ਟਿਕੀ, ਉਹਦੇ ਨਾਲ ਨਜ਼ਰ ਤੁਰ ਪਈ ਇਸ ਤਰੀਕੇ ਨਾਲ। ਥੋੜ੍ਹੀ ਦੂਰ ਤੱਕ ਨਜ਼ਰ ਗਈ, ਹੁਣ ਉਹ ਪੱਤਾ, ਉਹ ਕਾਗਜ਼ ਤੁਹਾਡੀਆਂ ਅੱਖਾਂ ਤੋਂ ਲਾਮੇ ਹੋਣ ਲੱਗਾ। ਤੁਸੀਂ ਕਿਹਾ ਉਹ ਉੱਠ ਕੇ ਤੁਰ ਪਏ, ਉੱਠੇ ਉਸ ਕਾਗਜ਼ ਦੇ ਨਾਲ ਤੁਰ ਪਏ। ਤੁਰੀ ਚੱਲੋ ਹੁਣ ਕੰਢੇ ਕੰਢੇ। ਹੁਣ ਨਦੀ ਨਹੀਂ ਤੁਰ ਰਹੀ ਤੁਸੀਂ ਇਕੱਲੀ, ਤੁਸੀਂ ਵੀ ਤੁਰ ਰਹੇ ਹੋ ਉਹ ਕਾਗਜ਼ ਦੇ ਨਾਲ, ਉਸ ਪੱਤੇ ਦੇ ਨਾਲ, ਉਸ ਜੋ ਵੀ ਚੀਜ਼ ਤਰ ਰਹੀ ਹੈ। ਹਾਲਾਂਕਿ ਤੁਹਾਡਾ ਐਕਚੁਅਲੀ ਉੱਥੇ ਬੈਠ ਕੇ ਇਸ ਚੀਜ਼ ਦਾ ਕੰਮ ਨਹੀਂ ਸੀਗਾ। ਤੁਸੀਂ ਬੈਠੇ ਸੀਗੇ, ਫੁੱਲ ਆਇਆ, ਪੱਤਾ ਆਇਆ, ਤਰ ਰਿਹਾ, ਤਰਨ ਦੇ ਜਿਸ ਰੂਪ ਦੇ ਵਿੱਚ। ਐਕਚੁਅਲੀ ਬੰਦੇ ਨੇ ਇਸ ਤਰੀਕੇ ਨਾਲ ਓਬਜ਼ਰਵ ਕਰਨੀ ਮਨ ਦੀ ਦੁਨੀਆ। ਮਨ ਦੀ ਦੁਨੀਆ ਦੇ 'ਚ ਉਸ ਫਲੋ ਦੇ ਵਿੱਚ ਚੀਜ਼ਾਂ ਆਉਂਦੀਆਂ, ਬੰਦਾ ਉਹਨਾਂ ਦੇ ਨਾਲ ਐਸੋਸੀਏਸ਼ਨ ਬਣਾ ਲੈਂਦਾ, ਤੁਰ ਪੈਂਦਾ ਨਾਲ। ਕਈ ਵਾਰ ਫੁੱਲ ਹੁੰਦੇ, ਬੜੀ ਖੁਸ਼ੀ ਹੁੰਦੀ, ਮਨ ਦੇ ਖਿਆਲ ਬੰਦੇ ਨੂੰ ਬੜਾ, ਬੰਦਾ ਕਹਿੰਦਾ ਉਹ ਮੈਂ ਬਹੁਤ, ਮਾਈ ਮੂਡ ਇਜ਼ ਰੀਅਲੀ ਗੁੱਡ, ਆਈ ਐਮ ਰੀਅਲੀ ਐਕਚੁਅਲੀ ਹੈਪੀ। ਫॉर व्हाट? ਕੀ ਕੀਤਾ, ਕੀ ਅਚੀਵ ਹੋ ਗਿਆ, ਕੀ ਐਸੀ ਕੋਈ ਸਕਸੈਸਫੁਲ ਜਿਹੜੀ ਹੈ ਕੋਈ ਸਟੋਰੀ ਤੇਰੇ ਕੋਲ ਆ ਗਈ ਜਿਹੜੀ ਤੂੰ ਸੁਣਾਉਣੀ ਹੈ? ਐਸਾ ਤਾਂ ਕੁਛ ਨਹੀਂ ਹੋਇਆ। ਲਾਈਫ ਐਜ਼ ਨੋਰਮਲ ਹੀ ਹੈ, ਜਿਵੇਂ ਰੋਜ਼ ਚੱਲਦਾ ਇਸੇ ਕਿਸਮ ਦੇ ਨਾਲ। ਬਟ ਵਾਈ ਆਰ ਯੂ ਐਕਚੁਅਲੀ so much enthusiastic and so much happy? Why this joyfulness is showing actually in your behavior? But there is only one thing. ਕੋਈ ਆਈਡੀਆ, ਕੋਈ ਥਾਟ ਆ, ਮੈਂ ਉਹਦੇ ਨਾਲ ਤੁਰ ਰਿਹਾ, ਤੇ ਥਾਟ ਫੁੱਲ ਦਾ ਆ, ਫੁੱਲ ਦੇ ਨਾਲ ਮਾਈਂਡ ਵਾਂਡਰਿੰਗ ਹੋ ਰਹੀ ਹੈ ਜੇ ਦੇਖਿਆ ਜਾਏ ਤੇ। ਦੂਸਰਾ ਇਹ ਆ, ਥੋੜ੍ਹੀ ਦੇਰ ਬਾਅਦ ਫੁੱਲ ਤੇ ਕਿਤੇ ਅੱਗੇ ਜਾ, ਕਿਤੇ ਫਲੋ 'ਚ ਗਵਾਚ ਗਿਆ, ਕਿਤੇ ਡੁੱਬ ਗਿਆ, ਉੱਥੇ ਕੋਈ ਗਾਰਬੇਜ ਆ ਗਿਆ, ਕੋਈ ਪੱਤਾ ਆ ਗਿਆ, ਕੋਈ ਇਹੋ ਜਿਹੀ ਚੀਜ਼ ਆ ਗਈ। ਹੁਣ ਉਹ ਵੇਖ ਰਿਹਾ ਬੰਦਾ, ਹੁਣ ਕੀ ਹੋਇਆ? ਕੋਈ ਡਰਾਸਟਿਕ ਚੀਜ਼ ਵਾਪਰ ਗਈ? ਕੁਛ ਨਹੀਂ, ਬਸ ਮੂਡ ਨਹੀਂ ਕੋਈ ਠੀਕ। ਹੁਣ ਕਿਸੇ ਹੋਰ ਉਸ ਪੱਤੇ ਦੇ, ਉਸ ਖਾਲੀ ਕਿਸੇ ਥਾਟ ਦੇ ਨਾਲ ਤੁਰਿਆ ਜਾਂਦਾ ਹੈ। ਭਈ ਕੰਮ ਤੇ ਇਹ ਸੀਗਾ, ਤੂੰ ਕਿਨਾਰੇ ਬੈਠਾ ਸੀਗਾ। ਜਸਟ ਟਰਾਈ ਟੂ ਵਾਚ
and just observe what's happening, what's going on. सच्चाई ये है, it's a very simple but as well as very serious exercise. This is called mindfulness. And Gurbani shows us how to do it, how to attain it. All these things are in Guru Granth Sahib Maharaj. ਇਹ ਉਨਮਨ ਹੈ। ਤੁਸੀਂ ਉਸ ਚੀਜ਼ ਦੇ ਵਿੱਚ ਗੜੂੰਦ ਨਹੀਂ ਹੋ ਰਹੇ, ਤੁਸੀਂ ਉਸ ਤੋਂ ਬਾਹਰ ਹੋ, ਉਹ ਚੀਜ਼ ਹੋ ਰਹੀ ਹੈ ਸਰੂਪ ਦੇ ਵਿੱਚ ਸਾਹਮਣੇ। ਇਸ ਨੂੰ ਅਸੀਂ ਸਿੰਪਲ ਵਰਡ ਵਿੱਚ ਕਹਿੰਦੇ ਆ, ਇਹ ਬਖਸ਼ਿਸ਼ ਹੈ, ਇਟਸ ਅ ਬਲੈਸ, ਇਹ ਬਲੈਸਿੰਗ ਹੈ। ਜਦੋਂ ਬੰਦਾ ਇਹ ਚੀਜ਼ ਨਹੀਂ ਦੇਖ ਪਾਉਂਦਾ, ਉਹਦੇ 'ਚ ਗਵਾਚਣਾ ਸ਼ੁਰੂ ਹੋ ਜਾਂਦਾ, ਦੈਟ ਇਜ਼ ਕਰਸ। ਸਿੱਖੀ ਵਾਰਸਰਾਪ ਨੂੰ ਨਹੀਂ ਮੰਨਦੇ, ਆਹੀ ਵਾਰਸਰਾਪ ਹੈ। ਜਿਵੇਂ ਹੀ ਤੁਸੀਂ ਕਿਸੇ ਥਾਟ ਦੇ ਨਾਲ ਅੰਗੇਜ ਹੋਏ ਨੇ, ਉਹ ਗਲਤ ਹੈ, ਸਹੀ ਹੈ, ਮਾੜਾ ਹੈ, ਚੰਗਾ ਹੈ, ਜੋ ਵੀ ਹੈ, ਤੁਸੀਂ ਆਪਣੇ ਗਰਾਊਂਡ ਜਿਹੜਾ ਆ ਉਹ ਛੱਡ ਦਿੱਤਾ ਹੈ। ਤੇ ਗਰਾਊਂਡ ਛੱਡਿਆ ਨਹੀਂ ਤੇ ਬੰਦਾ ਕਹਿੰਦੇ ਨੇ ਕਿ ਪੈਰ ਉਖੜੇ ਨਹੀਂ ਬੰਦੇ ਦੇ ਮਨ ਦੀ ਦੁਨੀਆ ਦੇ ਵਿੱਚ, ਇੱਥੋਂ ਹੀ ਫਿਰ ਬੰਦਾ ਗਵਾਚਦਾ ਹੈ। ਇਹ ਨੂੰ ਬਾਣੀ ਕਹਿੰਦੀ ਕਿ ਸੰਸਾਰ ਸੁਪਨਾ ਹੈ। ਜਦੋਂ ਬੰਦਾ ਆਪਣੇ ਪੈਰ ਨਹੀਂ ਛੱਡਦਾ, ਬੰਦਾ ਬਹੁਤ ਇੱਕ ਉਸ ਸਟਰੋਂਗ ਗਰਾਊਂਡ 'ਤੇ ਖੜਾ ਹੋ ਜਾਂਦਾ ਦੀ ਮਨ ਦੀ ਦੁਨੀਆ, ਉਹ ਫਿਰ ਇਕੱਲੇ ਮਨ ਦੇ ਥਾਟਸ ਹੀ ਓਬਜ਼ਰਵ ਨਹੀਂ ਕਰਦਾ, ਹੌਲੀ ਹੌਲੀ ਦੁਨੀਆ ਨੂੰ ਓਬਜ਼ਰਵ ਕਰਦਾ ਉਹ। ਇਹਨੂੰ ਬਾਣੀ ਕਹਿੰਦੀ ਜੈਸੇ ਜਲ ਮੈਂ ਕਮਲ ਨਿਰਾਲਮ, ਪਾਣੀ ਵੀ ਹੈ, ਚਿੱਕੜ ਵੀ ਹੈ, ਲਹਿਰਾਂ ਵੀ ਨੇ, ਸਭ ਕੁਛ ਆ, ਪਰ ਬੰਦਾ ਕੌਲ ਦਾ ਫੁੱਲ ਹੈ। ਕੋਈ ਚੀਜ਼ ਨਾਲ ਕੋਈ ਉਹਦੇ 'ਚ ਤਰ ਰਿਹਾ, ਸਭ ਹੋ ਰਿਹਾ, ਪਰ ਉਹਨੂੰ ਕੋਈ ਚੀਜ਼ ਡਬੋ ਨਹੀਂ ਸਕਦੀ ਆਪਣੇ ਵਿੱਚ ਨਾ, ਉਹ ਨਿਰਲੇਪ ਹੋ ਗਿਆ। ਇਹ ਹੈ ਰੀਅਲ ਡਿਟੈਚਮੈਂਟ। ਇਹ ਨੂੰ ਬਾਣੀ ਕਹਿੰਦੀ ਹੈ ਬਖਸ਼ਿਸ਼, ਇਹ ਨਵਾਜ਼ਿਸ਼ ਹੈ। ਕਿਹਾ ਗਿਆ ਦਾਤਾ ਐਵੇਂ ਬਖਸ਼। ਇੱਥੇ ਗੁਰੂ ਨਾਨਕ ਸਾਹਿਬ ਨੇ ਬਿਆਨ ਕੀਤਾ, ਕਿਆ ਕੀਤੀ ਲਾਹਾਂ ਸਾਮ, ਜਾਂ ਬਖਸ਼ੇ ਤਾਂ ਧੱਕਾ ਨਹੀਂ। ਜਦੋਂ ਮੈਂ ਆ ਰਿਹਾ ਸੀਗਾ ਨਤਮਸਤਕ ਹੋਣ ਵਾਸਤੇ, ਤੇ ਰਾਗੀ ਵੀਰ ਇੱਥੇ ਸ਼ਬਦ ਗਾ ਰਹੇ ਸੀਗੇ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ। ਕਿਰਤ ਅਸੀਂ ਕੰਮ ਨੂੰ ਵੀ ਕਹਿੰਦੇ ਆ, ਐਕਚੁਅਲੀ ਕਿਰਤ ਦਾ ਮਤਲਬ ਕਸਬ ਵੀ ਹੁੰਦਾ ਹੈ। ਕਸਬ ਮੀਨ ਸੁਭਾਅ, ਬੰਦੇ ਦਾ ਇੱਕ ਹੈਬਿਚੁਅਲਿਟੀ। ਬੰਦਾ ਜਦੋਂ, ਕਿਉਂਕਿ ਜਦੋਂ ਸਮਝਦਾ ਨਹੀਂ, ਇੱਕ ਵਾਰੀ ਮਿਸਟੇਕ ਹੋਣੀ, ਦੋ ਵਾਰੀ ਮਿਸਟੇਕ ਹੋਣੀ, ਇਟਸ ਨੋਰਮਲ ਥਿੰਗ, ਹੋ ਜਾਂਦੀ ਹੈ। ਪੈਰ ਤੁਰਦਿਆਂ ਠੋਕਰ ਲੱਗ ਜਾਂਦੀ, ਕਿਤੇ ਨਾ ਕਿਤੇ ਭੁਲੇਖਾ ਪੈ ਜਾਂਦਾ। ਪਰ ਜਦੋਂ ਬੰਦਾ ਪੈਰ ਪੈਰ 'ਤੇ ਸੇਮ ਤਰ੍ਹਾਂ ਦਾ ਬਿਹੇਵੀਅਰ ਕਰੀ ਜਾ ਰਿਹਾ, ਸੇਮ ਤਰ੍ਹਾਂ ਦੀ ਜਿਹੜੀ ਠੋਕਰਾਂ ਖਾ ਰਿਹਾ, ਦਾ ਮਤਲਬ ਇਹ ਹੈ ਕਸਬ ਬਣ ਗਿਆ। ਜਦੋਂ ਸਮਾਜਾਂ 'ਚ ਅਸੀਂ ਇਹ ਕਹਿੰਦੇ ਹਾਂ ਧੱਕੇ ਬੜੇ ਪੈ ਰਹੇ ਨੇ, ਬੜੇ ਧੱਕੇ ਖਾ ਰਹੇ ਹਾਂ ਭਾਈ, ਭਾਈ ਧੱਕਾ ਤੇ ਇੱਕ ਵਾਰੀ ਵੱਜੇ, ਦੂਜੀ ਵਾਰ ਤੇ ਵੱਜ ਹੀ ਨਹੀਂ ਸਕਦਾ, ਬੰਦਾ ਸੰਭਲ ਜਾਏਗਾ। ਨੋ ਵੇ, ਇਸ ਧੱਕਾ ਰੱਬ ਨਹੀਂ ਮਾਰ ਰਿਹਾ ਨਾ। ਬਾਣੀ ਕਹਿੰਦੀ ਕਿਰਤ ਧੱਕੇ ਦੇ, ਇਹ ਉਹਦੇ ਧੱਕੇ ਨੇ ਉਸ ਰੂਪ ਦੇ ਵਿੱਚ। ਤੇ ਗੁਰੂ ਤੇ ਗੁਰੂ ਸਾਹਿਬ ਦੀ ਬਾਣੀ, ਇਹ ਰਚਨਾ, ਇਹ ਬਚਨ, ਉਪਦੇਸ਼ ਸਮਝਾ ਰਹੇ ਨੇ ਤੇਰੀ ਸਾਰੀ ਤਪੱਸਿਆ ਉਸ ਕਿਰਤ ਨੂੰ ਬਦਲਣ ਦੀ ਹੈ, ਉਸ ਕਸਬ ਤੇ ਕੰਮ ਕਰਨ ਦੀ ਹੈ। ਤੇ ਕਸਬ ਦਾ ਜਿਹੜੀ ਰਿਪਲੇਸਮੈਂਟ ਆ, you know, someone can say, I don't want to actually carry this kasab sort of element at all. Baba ji is saying, you can come out of or get rid of this kasab. How come, Baba ji? What would be the path to come out of these weakness, this weakness? Then Baba ji says, ਭਾਈ ਇਸ ਕਸਬ ਨੂੰ ਤੁਸੀਂ ਬਦਲ ਲਵੋ, ਇਸ ਕਿਰਤ ਨੂੰ, ਉਹਦੀ ਕਰਮ, ਉਹਦੀ ਬਖਸ਼ਿਸ਼ ਦੇ ਨਾਲ। ਜਿਵੇਂ ਕੋਈ ਐਕਸਚੇਂਜ ਬਿਜ਼ਨਸ ਹੁੰਦਾ, ਤੁਸੀਂ ਕਿਤੇ ਗਏ, ਇੱਕ ਚੀਜ਼ ਦਿੱਤੀ, ਦੂਜੀ ਲੈ ਲਈ ਬਦਲੇ ਦੇ ਵਿੱਚ। ਜਦੋਂ ਇਹ ਕਰਦੇ ਹਾਂ, ਸਪੋਜ਼ ਕਰੋ ਇੱਥੇ ਸਾਡੇ ਮੁਲਕਾਂ ਦੇ ਵਿੱਚ ਹਰ ਚੀਜ਼ ਹੈ ਤਾਂ ਵੈਸੇ ਲੈਣ ਦੇਣ ਹੀ ਹੈ, ਤੁਸੀਂ ਕਰੰਸੀ ਦਿੰਦੇ ਹੋ, ਬਦਲੇ 'ਚ ਕੋਈ ਚੀਜ਼ ਲੈਂਦੇ ਹੋ, ਰਬਰ ਮਨੀ ਦਿੰਦੇ ਹੋ, ਬਦਲੇ 'ਚ ਕੋਈ ਚੀਜ਼, ਯੂ ਨੋ ਦੋਜ਼ ਥਿੰਗਸ। ਪਰ ਸਿੰਪਲੀ ਤੌਰ 'ਤੇ ਅਸੀਂ ਕਈ ਵਾਰੀ ਚੀਜ਼ਾਂ ਲਿਟਰਲੀ ਐਕਸਚੇਂਜ ਵੀ ਕਰਦੇ ਹਾਂ। ਤੁਸੀਂ
ਗੱਡੀਆਂ ਆਮ ਕਰਕੇ ਹੁੰਦੀਆਂ ਨੇ, ਪੁਰਾਣੀ ਗੱਡੀ ਹੈ, ਲੈ ਜਾਓ ਡੀਲਰਸ਼ਿਪ ਵਾਲਿਆਂ ਕੋਲੋਂ, ਕਹਿੰਦੇ ਓਕੇ, ਉਹਦੀ ਵੈਲੂਏਸ਼ਨ ਕਰਦੇ, ਸਾਰਾ ਕੁਛ ਕਰਕੇ ਕਹਿੰਦੇ ਓਕੇ, ਆ ਸਾਨੂੰ ਦੇ ਦਿਓ, ਆ ਲੈ ਜਾਓ। ਬੰਦਾ ਕਹਿੰਦਾ ਹੈ ਮੈਂ ਤਾਂ ਅਫੋਰਡ ਨਹੀਂ ਕਰ ਸਕਦਾ। ਅੱਛਾ, ਉਹ ਫਿਰ ਪਲਾਨਿੰਗ ਬਣਾਉਂਦੇ ਨੇ, ਇਹਦੀ ਮੇਨਟੇਨੈਂਸ 'ਤੇ ਕਿੰਨੇ ਪੈਸੇ ਖਰਚਦਾ ਹੈ, ਇੰਨੇ, ਰਿਪੇਅਰ 'ਤੇ ਕਿੰਨੇ ਲੱਗਦੇ, ਇੰਨੇ। ਅੱਛਾ, ਸਾਰਾ ਕੁਛ ਪਲਾਨ ਕਰਕੇ ਸਾਲ ਦਾ ਜੇ ਤੂੰ $1200 ਰਿਪੇਅਰ 'ਤੇ ਖਰਚ ਰਿਹਾ ਹੈਗਾ, ਅਤੇ ਆਪਾਂ ਤੇਰੇ ਤੋਂ ਓਨਲੀ ਵੀ ਆਰ ਆਸਕਿੰਗ ਓਨਲੀ $1500, not more than that, and there won't be any repair। ਬਸ ਤੂੰ ਸਰਵਿਸ ਕਰਾਉਣੀ, ਚਲਾਣੀ, ਨਵੀਂ ਕਾਰ ਹੈ ਤੇਰੇ ਕੋਲ, ਕਿਸ਼ਤਾਂ ਬਣਾ ਦੇਂਗੇ ਤੇਰੀਆਂ। ਬੰਦਾ ਕਹਿੰਦਾ ਦੈਟਸ ਗੁੱਡ, ਆਹ ਵਧੀਆ ਆ, ਵਹੀਕਲ ਵੀ ਨਵਾਂ ਆ ਗਿਆ, ਰਿਪੇਅਰ ਵਾਲੀ ਵੀ ਜਾਣ ਛੁੱਟੀ, ਕੌਨਫੀਡੈਂਸ ਵੀ ਵੱਧ ਗਿਆ, ਭਾਈ ਹੁਣ ਕੋਈ ਦਿੱਕਤ ਨਹੀਂ, ਕਿਤੇ ਖਰਾਬ ਕਰੇਗੀ ਇਸ ਤਰੀਕੇ ਦੇ ਨਾਲ। ਬਸ ਇਸ ਤਰ੍ਹਾਂ ਹੀ ਕਹਿ ਲਓ, ਰੂਹਾਨੀ ਦੁਨੀਆ 'ਚ ਆ ਜਾਓ। ਗੁਰੂ ਕਹਿੰਦਾ ਯੂ ਆਰ ਨਾਟ ਹੈਪੀ ਵਿਦ ਯੂਰ ਕਿਰਤ, ਯੂਰ ਕਸਬ, ਯਾ ਆਈ ਕੈਨ ਮੇਕ ਐਕਸਚੇਂਜ ਫॉर ਯੂ। ਓਕੇ ਬਾਬਾ ਜੀ, what are you offering? I will offer you bakshish. But to get this bakshish, you have to follow, or you have to pay this energy in discipline. And that discipline is coming from Guru Sahib side. ਤੇ ਇਹ ਡਿਸਿਪਲਿਨ ਜਿਵੇਂ ਨਿਤਨੇਮ ਕਰਨਾ ਹੈ, ਜਿਵੇਂ ਸੰਗਤ ਕਰਨੀ ਹੈ, ਜਿਵੇਂ ਚੰਗੇਰਿਆਂ ਦੀ ਸੰਗਤ ਬਹਿਣਾ ਹੈ। ਮਤਲਬ ਇਹ ਮਨ ਦੀ ਦੁਨੀਆ ਦੇ ਖਿਆਲ ਬਦਲਨੇ ਨੇ, ਮਨ ਦੀ ਦੁਨੀਆ ਨੂੰ ਉਸ ਜਗ੍ਹਾ 'ਤੇ ਲੈ ਕੇ ਜਾਣਾ ਹੈ, ਅਤੇ ਫਿਰ ਉਹਨੂੰ ਉਹੋ ਜਿਹੀ ਦੁਨੀਆ, ਉਹੋ ਜਿਹੀ ਖੁਰਾਕ ਦਿਓਗੇ, ਉਹੋ ਜਿਹਾ ਫੂਡ ਦਿਓਗੇ ਤੁਸੀਂ। ਬਾਬਾ ਜੀ ਇੱਥੇ ਬਿਆਨ ਕਰਦੇ ਕਿ ਜਦੋਂ ਇਹ ਚੀਜ਼ ਹੋ ਜਾਏਗੀ, ਫਿਰ ਧੱਕਾ ਨਹੀਂ। ਜਿਵੇਂ ਮੈਂ ਕਿਹਾ ਗੱਡੀ ਸੀ ਰਾਹ ਚੱਲਦੀ, ਕਿਤੇ ਖਰਾਬ ਹੋ ਗਈ, ਬੰਦਾ ਕਹਿੰਦਾ ਧੱਕੇ ਖਾ ਰਿਹਾ ਭਾਈ, ਇੱਥੇ ਗੱਡੀ ਖਰਾਬ ਹੋ ਗਈ ਇੱਥੇ। ਬਾਬਾ ਜੀ ਕਹਿੰਦੇ ਫਿਰ ਨਹੀਂ, ਫਿਰ ਗੱਡੀ ਚੱਲ ਨਿਕਲੀ, then you don't have any suffering, any botheration। ਮਨ ਦੀ ਦੁਨੀਆ ਇਹ ਕ੍ਰੀਏਟ ਕਰ ਰਹੀ ਸੀ, ਹੁਣ ਮਨ ਦੀ ਦੁਨੀਆ ਤਬਦੀਲੀ ਆ ਗਈ। ਪੌੜੀ ਤੇ ਆ ਜਾਈਏ, ਅਗਲਾ ਬਚਨ ਹੈ, ਸੱਚਾ ਅਮਰ ਚਲਾਇਨ ਕਰ ਸੱਚ ਫੁਰਮਾਨ। ਕਿਤੇ ਹੁਕਮ ਕਿਹਾ ਗਿਆ, ਕਿਤੇ ਉਸ ਨੂੰ ਸ਼ਬਦ ਕਿਹਾ ਗਿਆ, ਕਿਤੇ ਉਸ ਨੂੰ ਫੁਰਮਾਨ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਲਿਟਰਲੀ ਤੌਰ 'ਤੇ ਜਦੋਂ ਖੋਲ੍ਹਦੇ ਹਾਂ ਇਸ ਤਰੀਕੇ ਦੇ ਨਾਲ, ਅਤੇ ਅਸੀਂ ਜੋ ਪੜ੍ਹਦੇ ਹਾਂ, ਅਸੀਂ ਕਹਿੰਦੇ ਹਾਂ ਹੁਕਮਨਾਮਾ, ਜਾਂ ਇਹ ਕਿਹਾ ਜਾਂਦਾ ਅੱਜ ਦਾ ਫੁਰਮਾਨ। ਮਤਲਬ ਜੋ ਅੱਜ ਮੇਰੇ ਗੁਰੂ ਨੇ ਮੇਰੇ ਵਾਸਤੇ ਫੁਰਮਾਇਆ ਹੈ, ਮੈਨੂੰ ਹੁਕਮ ਦੇ ਰੂਪ ਵਿੱਚ ਸੁਣਾਇਆ ਹੈ। ਇੱਥੇ ਗੁਰੂ ਮਹਾਰਾਜ ਦਾ ਬਿਆਨ ਹੈ, ਸੱਚਾ ਅਮਰ ਚਲਾਇਨ ਕਰ ਸੱਚ ਫੁਰਮਾਨ। ਉਹਦਾ ਹੁਕਮ, ਅਮਰ ਹੁਕਮ ਨੂੰ ਵੀ ਕਿਹਾ ਗਿਆ, ਉਹਦੇ ਸੱਚੇ ਫੁਰਮਾਨ ਵਿੱਚੋਂ ਆਇਆ ਹੈ। ਸਦਾ ਨਿਹਚਲ ਰਵ ਰਿਹਾ ਸੋ ਪੁਰਖ ਸੁਜਾਨ। ਜਿਹੜਾ ਉਸ ਪੁਰਖ ਆ, ਜਿਹੜਾ ਕਰਤਾਰੀ ਹਸਤੀ, ਜਿਹੜੀ ਇਸ ਫੁਰਮਾਨ ਦੇ ਵਿੱਚੋਂ ਸਾਨੂੰ ਦਿਸਣੀ ਚਾਹੀਦੀ ਹੈ ਜਾਂ ਦਿਸਦੀ ਹੈ, ਸਭ ਕਹਿੰਦੇ ਉਹ ਨਿਹਚਲ ਹੈ, ਰਵੀ ਹੋਈ ਹੈ, ਅਤੇ ਉਹ ਸੁਜਾਨ ਹੈ, ਬਹੁਤ ਸਿਆਣੀ ਹੈ। ਅਗਲਾ ਬਚਨ, ਗੁਰਪ੍ਰਸਾਦੀ ਸੇਵੀਆ ਸੱਚ ਸ਼ਬਦ ਨਿਸ਼ਾਨ। ਜਿਨ੍ਹਾਂ ਨੇ ਸੱਚੇ ਸ਼ਬਦ ਨੂੰ ਉਹਦੀ ਰਾਹਦਾਰੀ ਸਮਝ ਲਿਆ, ਉਹਦੇ ਵੱਲ ਜਾਣ ਵਾਲੇ ਨੂੰ ਐਜ਼ ਏ GPS ਦੇ ਤੌਰ 'ਤੇ ਯੂਜ਼ ਕਰ ਲਿਆ, ਕਿਉਂਕਿ ਵਟ ਐਵਰ ਸ਼ਬਦ ਇਜ਼ ਸੇਇੰਗ ਆਈ ਵਿਲ ਫੋਲੋ ਇਟ। ਦੇ ਐਕਚੁਅਲੀ ਗੈਟ ਦਿਸ ਹਾਈਐਸਟ ਲੈਵਲ ਆਫ ਡੈਸਟਨੀ। ਉਹਦੀ ਗੱਲ ਹੋ ਗਈ। ਪੂਰਾ ਥਾਟ ਬਣਾਇਆ, ਰੰਗ ਗੁਰਮਤ ਮਾਣ, ਅਤੇ ਗੁਰਮਤ ਦੇ ਰੰਗ ਮਾਣਦਿਆਂ ਹੋਇਆ ਜੀਵਨ ਦਾ ਥਾਟ, ਮਤਲਬ ਹਾਇਰ ਲੈਵਲ 'ਤੇ ਜ਼ਿੰਦਗੀ ਆ ਗਈ। ਉਹਦੇ 'ਚ ਕਿਸੇ ਕਿਸਮ ਦੇ ਨਾਲ ਕਮੀ ਪੇਸ਼ੀ, ਕੋਈ ਦਿੱਕਤ ਰਹਿ ਹੀ ਨਹੀਂ ਗਈ। ਉਹ ਬਿਲਕੁਲ ਹਰ ਤਰੀਕੇ ਦੇ ਨਾਲ ਇੰਝ ਲੱਗਾ ਜਿਵੇਂ ਜ਼ਿੰਦਗੀ ਉਸ ਮਰਹਲੇ ਨੂੰ ਮਾਣ ਗਈ। ਅਗਮ ਅਗੋਚਰ ਅਲੱਖ ਹੈ ਗੁਰਮੁਖ ਹਰ ਜਾਣ। ਹੇ ਬੰਦੇ, ਜਦੋਂ ਤੁਸੀਂ ਉਸ ਗੁਰੂ ਵੱਲ ਮੂੰਹ ਕਰਕੇ ਤੁਰੋਗੇ ਨਾ, ਤੇ ਉਸ ਤਰੀਕੇ ਨਾਲ ਤੁਸੀਂ ਇੱਕ ਚੀਜ਼ ਦੇ ਜਾਣਕਾਰ ਹੋ ਜਾਓਗੇ। ਜਾਣਕਾਰੀ ਕਾਹਦੀ ਹੈ? ਅਗਮ ਅਗੋਚਰ ਅਲੱਖ। ਜਿਹੜਾ ਅਗਮ ਵੀ ਹੈ, ਅਗੋਚਰ ਵੀ ਹੈ, ਅਲੱਖ ਵੀ ਹੈ, ਜਿਹਨੂੰ ਇਨਵਿਜ਼ੀਬਲ ਆ, ਜਿਹੜਾ ਅਕਲ ਨਾਲ ਵੀ ਪਕੜਿਆ ਨਹੀਂ ਜਾ ਸਕਦਾ, ਉਹਦੇ ਨਾਲ ਇੱਕ ਤਜਰਬੇ, ਐਕਸਪੀਰੀਅੰਸ ਦੇ ਲੈਵਲ 'ਤੇ ਤੁਹਾਡੀ ਸਾਂਝ ਬਣੇਗੀ, ਤੁਹਾਨੂੰ ਅਹਿਸਾਸ ਹੋਏਗਾ। ਸਭ ਰਹਿਮਤ ਕਰਨੇ ਨਾਲ ਵੀ ਵਾਕਿਆ 'ਚੋਂ ਚੰਗੇਰੀ ਪ੍ਰੇਰਣਾ ਮਿਲੇ। ਅਸੀਂ ਗੁਰਮਤ ਦੇ ਤਾਰਨੀ ਹੋ ਸਕੇ। ਇੱਕ ਵਾਰ ਫਿਰ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ, ਅਰਦਾਸ ਕਰਦੇ ਹਾਂ, ਮਾਲਕ ਸਿੱਖ ਕੌਮ ਦੀ ਚੜ੍ਹਦੀ ਕਲਾ ਹੋਏ, ਸਮੁੱਚੀ ਮਾਨਵਤਾ ਦਾ ਭਲਾ ਹੋਏ, ਅਤੇ ਖਾਸ ਕਰਕੇ ਪੀਪਲ ਹੂ ਆਰ ਇਨ ਮਿਨੋਰਿਟੀ, ਪੀਪਲ ਹੂ ਆਰ ਵੈਰੀ ਵਲਨਰੇਬਲ, ਹਿਦਾਇਤਾਂ ਉਹਨਾਂ ਨੂੰ ਸੋਝੀ ਦੇਂ, ਉਹਨਾਂ ਨੂੰ ਪ੍ਰੋਟੈਕਸ਼ਨ ਮਿਲੇ, ਉਹਨਾਂ ਨੂੰ ਸਮਰੱਥਾ ਦੇਂ, ਆਪਣੇ ਹੱਕ ਹਕੂਕ ਨੂੰ ਸੰਭਾਲ ਸਕਣ। ਇਨ ਬਿਨ ਕਰਸਾਨੀ ਦੇ ਹੱਕ ਹਕੂਕ ਲਈ ਜੂਝ ਰਹੇ ਮਾਈ ਪਾਈ ਦੀ ਸਫਲਤਾ ਤੇ ਚੜ੍ਹਦੀ ਕਲਾ ਹੋਏ, ਉਹਦੇ ਵਾਸਤੇ ਵੀ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।